ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਵੱਡੀਆਂ ਹਸਤੀਆਂ। ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਔਰ ਇਹਨਾਂ ਦੇ ਨਾਲ ਨੇ ਸਾਬਕਾ ਡੀਆਈਜੀ ਸਰਦਾਰ ਪ੍ਰਤਾਪ ਸਿੰਘ, ਜਿਹੜੇ ਕਿ ਸਿੱਖ ਰਿਵਿਊ ਦੇ ਐਡੀਟਰ ਨੇ, ਔਰ ਨਾਲ ਦੀ ਨਾਲ ਹੀ ਦਿੱਲੀ ਸਿੱਖ ਫੋਰਮ ਦੇ ਜਨਰਲ ਸਕੱਤਰ ਨੇ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ। ਮੈਂ ਬਹੁਤ ਲੰਬੀ ਭੂਮਿਕਾ ਤੇ ਨਹੀਂ ਜਾਣਾ। ਇੱਕ ਬਹੁਤ ਸੰਵੇਦਨਸ਼ੀਲ ਮਾਮਲਾ ਜਿਹਦੇ ਤੇ ਲਗਾਤਾਰ ਦੁਪਹਿਰ ਦੀ ਚਰਚਾ ਹੋ ਰਹੀ ਆ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਔਰ ਅਕਾਲੀ ਦਲ ਦੀ ਵੱਡੀ ਸ਼ਿਕਸਤ, ਜਿਹਨੂੰ 3 ਸੀਟਾਂ ਤੱਕ ਸੀਮਿਤ ਕਰਤਾ ਗਿਆ, ਇਤਿਹਾਸਕ ਹਾਰ। ਸਰਦਾਰ ਤਰਲੋਚਨ ਸਿੰਘ, ਮੈਨੂੰ ਜ਼ਰੂਰ ਦੱਸਿਓ, ਇੱਕ ਬਹਿਸ ਛਿੜ ਗਈ। ਜਥੇਦਾਰ ਅਕਾਲ ਤਖਤ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਤੇ ਪੰਥ ਲਈ, ਦੇਸ਼ ਤੇ ਪੰਜਾਬ ਲਈ, ਦੇਸ਼ ਤੇ ਸਿੱਖਾਂ ਲਈ ਘਾਤਕ ਹੈ। ਸੋ ਇਹਦੇ ਉੱਤੇ ਬਹਿਸ ਛਿੜ ਗਈ। ਮੈਂ ਇਹਦੇ ਤੇ ਬਹੁਤਾ ਕਹਿਣ ਦੇ ਸਮਰੱਥ ਨਹੀਂ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਇਹਨੂੰ ਕਿਸ ਸੰਦਰਭ ਚ ਲਈਏ। ਆਮ ਆਦਮੀ ਪਾਰਟੀ ਦੇ ਵਿੱਚ 42% ਲੋਕ ਆਪਣੀ ਵੋਟ ਪਾਉਂਦੇ ਆ। ਉਹਦੇ ਵਿੱਚ ਮੇਰੇ ਖਿਆਲ ਸਭ ਤੋਂ ਜ਼ਿਆਦਾ, ਜੇ ਪੰਜਾਬ 'ਚ ਸਿੱਖ ਹੈ ਤੇ ਸਭ ਤੋਂ ਜ਼ਿਆਦਾ ਵੋਟ ਵੀ ਉਹਨਾਂ ਦੀ ਪਈ ਹੋਊਗੀ ਆਮ ਆਦਮੀ ਪਾਰਟੀ ਨੂੰ। ਸਿੱਖਾਂ ਨੂੰ ਆਪਾਂ ਇਸ ਤਰੀਕੇ ਨਾਲ ਜਿਹੜੇ ਨਤੀਜਿਆਂ ਤੋਂ ਬਾਅਦ ਜੇ ਇਵੇਂ ਵੇਖਦੇ ਆ, ਇਹਨੂੰ ਕਿਵੇਂ ਪ੍ਰਵਾਨ ਕੀਤਾ ਜਾਊਗਾ? ਔਰ ਸਾਡੀਆਂ ਵੱਡੀਆਂ ਸੰਸਥਾਵਾਂ, ਉਹਨਾਂ ਦੇ ਬਹੁਤ ਵੱਡੇ ਜਿਹੜੇ ਸਰਬਰਾਹ ਨੇ, ਜੇ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ, ਮੈਂ ਕਿਵੇਂ ਲਵਾਂ ਇਹਨੂੰ? ਮੈਨੂੰ ਸਮਝਾਇਓ ਜਰਾ ਸਰਦਾਰ ਤਰਲੋਚਨ ਸਿੰਘ। ਹਾਂ, ਰੰਧਾਵਾ ਜੀ, ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਬੜੇ ਵਕਤ ਸਿਰ ਕੋਈ ਜਿਹੜੀ ਸਿੱਖ ਸਮੱਸਿਆ ਜਾਂ ਸਿੱਖ ਸਾਹਮਣੇ ਜੋ ਥਾਟ ਹੈ ਉਹਦੀ ਬਹਿਸ ਕਰਾਉਂਦੇ ਹੋ। ਤਾਂ ਮੈਂ ਜੋ ਸਮਝਿਆ ਔਰ ਜੋ ਸੁਣਿਆ ਕਿ ਜਥੇਦਾਰ ਸਾਹਿਬ ਦਾ ਜੋ ਮਾਣ ਸਤਿਕਾਰ ਸਿੱਖ ਕੌਮ 'ਚ ਹੈ, ਬੀਇੰਗ ਸੁਪਰੀਮ ਸਿੱਖ ਅਥਾਰਟੀ, ਉਹ ਬਹੁਤ ਜ਼ਿਆਦਾ ਹੈ। ਲੇਕਿਨ ਮੈਨੂੰ ਹਮੇਸ਼ਾ, ਮੈਂ ਇਸ ਗੱਲ ਦਾ ਕਾਇਲ ਹਾਂ ਕਿ ਕੋਈ ਵੀ ਸਿੱਖ ਚਾਹੇ ਕਿਸੇ ਪੋਲੀਟੀਕਲ ਪਾਰਟੀ 'ਚ ਹੋਵੇ, ਉਹ ਜਥੇਦਾਰ ਅਕਾਲ ਤਖਤ ਨੂੰ ਉਤਨਾ ਹੀ ਸਤਿਕਾਰ ਕਰਦਾ ਹੈ। ਔਰ ਜਥੇਦਾਰ ਸਾਹਿਬ ਲਈ ਵੀ ਜਿਹੜਾ ਸਿੱਖ ਕਿਸੇ ਪਾਰਟੀ 'ਚ ਹੋਵੇ, ਜ਼ਰੂਰੀ ਨਹੀਂ ਅਕਾਲੀ ਪਾਰਟੀ 'ਚ ਹੋਵੇ, ਕਿਸੇ ਪਾਰਟੀ 'ਚ ਹੋਵੇ, ਜੇ ਉਹ ਪੂਰਾ ਸਿੱਖ ਹੈ, ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਤਾਂ ਜਥੇਦਾਰ ਸਾਹਿਬ ਦੀ ਵੀ ਉਹਨਾਂ ਪ੍ਰਤੀ ਬਰਾਬਰਤਾ ਦਾ ਹੀ ਜਿਹੜਾ ਐਟੀਟਿਊਡ ਹੋਣਾ ਚਾਹੀਦਾ ਹੈ। ਦੇਖੋ ਰੰਧਾਵਾ ਜੀ, ਅੱਜ ਕੈਨੇਡਾ ਕਿੰਨੀਆਂ ਪੋਲੀਟੀਕਲ ਪਾਰਟੀਆਂ? 3। ਇੱਕ ਪਾਰਟੀ ਦਾ ਪ੍ਰਧਾਨ ਵੀ ਸਰਦਾਰ ਹੈ, ਇੱਕ ਪਾਰਟੀ ਦਾ ਡਿਫੈਂਸ ਮਿਨਿਸਟਰ ਸਰਦਾਰ ਹੈ, ਦੂਜੇ ਜਿਹਨਾਂ ਆਪੋਜੀਸ਼ਨ ਦੇ ਬੈਠੇ ਨੇ ਉਹ ਵੀ ਸਰਦਾਰ ਹੈ। ਹੁਣ ਦੱਸੋ ਜਥੇਦਾਰ ਸਾਹਿਬ ਨੂੰ ਜੇ ਕੈਨੇਡਾ ਜਾ ਕੇ ਕਹਿਣਾ ਪਵੇ ਕਿ ਕੀ ਕਹਿਣਗੇ ਵੀ ਉਹਨਾਂ ਚੋਂ ਕਿਹੜਾ ਅਕਾਲੀ ਹੈ ਤੇ ਕਿਹੜੇ ਦੂਜੇ ਨੇ? ਇਹ ਵਿਤਕਰਾ ਕਰੋਗੇ। ਰੰਧਾਵਾ ਜੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਰਹੇ, ਪ੍ਰਾਈਮ ਮਿਨਿਸਟਰ ਰਹੇ, ਸਿੱਖਨ ਕੀ ਉਹ ਹੁਣ ਅਸੀਂ ਉਹਨਾਂ ਨੂੰ ਇਗਨੋਰ ਕਰਾਂਗੇ ਕਿ ਉਹ ਅਕਾਲੀ ਨਹੀਂ? ਇਸ ਕਰਕੇ ਨਹੀਂ। ਮੈਂ ਕਹਿੰਦਾ ਗੁਰਮੁਖ ਸਿੰਘ ਮੁਸਾਫਰ ਅਕਾਲ ਤਖਤ ਦਾ ਜਥੇਦਾਰ ਰਿਹਾ, ਕਿੱਡੀ ਵੱਡੀ ਮਿਸਾਲ ਹੈ। ਕਾਂਗਰਸ ਦਾ ਵੀ ਪ੍ਰਧਾਨ ਬਾਅਦ 'ਚ ਬਣਿਆ। ਇਹ ਦੱਸੋ, ਜਿਹੜੇ ਜਸਵਿੰਦਰ ਸਿੰਘ ਫੇਰੂਮਾਨ ਕਾਂਗਰਸ MP ਸ਼ਹੀਦ ਹੋਇਆ ਕੌਮ ਲਈ, ਉਸ ਤੋਂ ਵੱਧ ਕੋਈ ਹੈ? ਇਹ ਹਰਕਿਸ਼ਨ ਸਿੰਘ ਸੁਰਜੀਤ ਕੀ ਸਰਦਾਰ ਨਹੀਂ ਸੀ? ਕਿੰਨਾ ਪੱਕਾ ਉਹ ਆਪ ਕਹਿੰਦਾ ਜੀ ਮੈਨੂੰ ਤਾਂ ਪਾਲਿਟਿਕਸ ਲਿਆਉਣ ਵਾਲਾ ਹੀ ਮਾਸਟਾਰਾ ਸਿੰਘ ਹੈ। ਤਾਂ ਉਹ ਜੇ ਸਿੱਖਾਂ ਨੂੰ, ਦੂਸਰੀ ਮੇਰੀ ਇਹ ਬੇਨਤੀ ਹੈ ਕਿ ਅੱਜ ਆਪ ਕਿੰਨੇ ਜਿਤਾਏ? ਲੋਕਾਂ ਨੇ। ਲੋਕਾਂ 'ਚ ਸਿੱਖ ਸ਼ਾਮਲ ਹਨ ਔਰ ਆਪ ਦੇ ਸਾਡੇ ਪੋਲੀਟੀਕਲ ਵਿਊਜ਼ ਕੁਛ ਹੋਣ, ਇਹ ਸਿੱਖਾਂ ਦੇ ਸਭ ਤੋਂ ਵੱਧ ਨੁਮਾਇੰਦੇ ਇਹਨਾਂ ਕੋਲ ਆਏ ਔਰ ਪੂਰੇ ਸਿੱਖ ਆਏ। ਜਿਵੇਂ ਕਿ ਬਾਕੀਆਂ ਪਾਰਟੀਆਂ ਦੇ ਮੋਨੇ ਕੋਨੇ, ਇਹਨਾਂ ਦੇ ਮੈਂ ਦੇਖੇ ਜਿੰਨੇ ਸਰਦਾਰ ਆਏ ਚੰਗੇ ਆਏ। ਤਾਂ ਅਸੀਂ ਕੀ ਇਹਨਾਂ ਨੂੰ ਹੁਣ ਕਹੀਏ ਵੀ ਇਹ ਸਿੱਖਾਂ ਦੀ ਪਾਰਟੀ ਨਹੀਂ ਰਹੀ? ਇਸ ਕਰਕੇ ਮੇਰੀ ਇਹ ਰਾਏ ਹੈ, ਜਥੇਦਾਰ ਸਾਹਿਬ ਜਦ ਇਹ ਜਿਹਾ ਮਸਲਾ, ਜਥੇਦਾਰ ਸਾਹਿਬ ਨੂੰ ਆਪਣੇ ਕਮੈਂਟ ਦੇਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਵੀ ਇਹਦਾ ਆਮ ਸਿੱਖਾਂ ਦੇ ਕੀ ਅਸਰ ਹੋਏਗਾ। ਮੈਂ ਤਾਂ ਸਮਝਦਾ ਕਿ ਜਥੇਦਾਰ ਸਾਹਿਬ ਜਿਹੜੇ, ਤੁਹਾਡਾ ਠੀਕ ਹੈ ਦਰਦ ਹੋਏ ਕਿ ਅਕਾਲੀ ਹਾਰ ਗਏ, ਲੇਕਿਨ ਇਹ ਲੋਕਾਂ ਨੇ ਹਰਾਏ। ਆਫਟਰ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਿੱਖਾਂ ਨੇ ਹਰਾਏ। ਇਸ ਕਰਕੇ ਤੁਹਾਨੂੰ ਇਹ ਫਿਕਰ ਕਿਉਂ ਹੈ? ਬਜਾਏ ਇਹ ਕਹੋ ਬਈ ਸਾਰੇ ਸੁਧਾਰ ਹੋਣੇ ਚਾਹੀਦੇ ਹਨ ਤੇ ਜਿਹੜੇ ਆਏ ਉਹਨਾਂ ਨੂੰ ਵੈਲਕਮ ਕਰੋ। ਅਸੀਂ ਵੀ ਕੈਨਟ ਇਗਨੋਰ ਅੱਜ ਜਿਹੜੀ ਰੂਲਿੰਗ ਪਾਰਟੀ ਕੋਈ ਆਈ ਜਿੱਤ ਕੇ, ਉਹ ਅਸੀਂ ਪੰਜਾਬ ਦੀ ਲੋਕਾਂ ਨੇ ਜਿਤਾਈ, ਅਸੀਂ ਉਹਨਾਂ ਨੂੰ ਐਕਸੈਪਟ ਵੈਲਕਮ ਕਰੀਏ। ਤੁਸੀਂ ਕੀਤਾ, ਮੈਂ ਕੀਤਾ, ਸਾਰੀ ਦੁਨੀਆ ਕਰਦੀ ਹੈ। ਸੋ ਮੈਂ ਤੇ ਇਸ ਗੱਲ ਦਾ ਬੜਾ ਯਕੀਨ ਹਾਂ ਕਿ ਕੋਈ ਸਿੱਖ ਕਿਸੇ ਪੋਲੀਟੀਕਲ ਪਾਰਟੀ 'ਚ ਹੈ, ਉਹਨਾਂ ਮਾਣ ਸਤਿਕਾਰ ਉਨਾ ਹੀ ਕੌਮ 'ਚ ਹੋਣਾ ਚਾਹੀਦਾ। ਕੋਈ ਵਿਤਕਰਾ ਸਾਨੂੰ ਨਹੀਂ ਕਰਨਾ ਚਾਹੀਦਾ। ਅਸੀਂ ਪੋਲੀਟੀਕਲੀ ਕਿਸੇ ਜਗ੍ਹਾ ਹੋਈਏ, ਕੋਈ ਪਾਰਟੀ ਹੋਵੇ, ਲੇਕਿਨ ਅਸੀਂ ਅਕਾਲ ਤਖਤ ਨੂੰ ਸਮਰਪਣ ਹੋਈਏ, ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਅਸੀਂ ਸਭ ਬਰਾਬਰ। ਜੀ ਸਰਦਾਰ ਸਾਹਿਬ, ਸਾਡੇ ਕੋਲ ਕਿਉਂਕਿ ਇਹਨਾਂ ਦਾ ਬਹੁਤ ਤਜਰਬਾ ਹੈ ਸਿੱਖ ਮਸਲਿਆਂ ਦੇ ਉੱਤੇ। ਦਿੱਲੀ ਸਿੱਖ ਫੋਰਮ ਦੇ ਵਿੱਚ ਲਗਾਤਾਰ ਬਹਿਸਾਂ ਚੱਲਦੀਆਂ ਰਹਿੰਦੀਆਂ। ਮੇਰੇ ਖਿਆਲ ਇਕੱਲਾ ਫੋਰਮ ਹੈ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸੈਮੀਨਾਰ, ਵੈਬੀਨਾਰ ਔਰ ਲਗਾਤਾਰ ਆਪਣੇ ਇਕੱਠ ਕਰਦਾ ਰਹਿੰਦਾ। ਦੂਜੀ ਗੱਲ ਇਹ ਹੈ ਕਿ ਸਿੱਖ ਰਿਵਿਊ ਵਰਗੇ ਇੱਕ ਮੈਗਜ਼ੀਨ ਨੂੰ ਚਲਾਉਣਾ। ਸਰਦਾਰ ਸਾਹਿਬ, ਸਰਦਾਰ ਪ੍ਰਤਾਪ ਸਿੰਘ ਸਾਬਕਾ DIG ਸਾਹਿਬ, ਮੈਨੂੰ ਇਹ ਜ਼ਰੂਰ ਦੱਸਿਓ ਕਿ
ਇਹ ਮੰਨਣਾ ਸਾਡਾ ਤੁਹਾਡਾ ਸਾਰਿਆਂ ਦਾ ਕਿ ਇੱਕ ਖੇਤਰੀ ਪਾਰਟੀ ਪੰਜਾਬ ਦੀ ਉਹਦਾ ਜੇ ਇੰਨਾ ਮਾੜਾ ਹਸ਼ਰ ਹੋਇਆ, ਤਕਲੀਫ ਤਾਂ ਹੁੰਦੀ ਹੈ। ਖੇਤਰੀ ਪਾਰਟੀ ਦਾ ਮਤਲਬ ਹੈ ਖੇਤਰੀ ਮੁੱਦਿਆਂ ਦੇ ਉੱਤੇ ਸਟਰਗਲ ਕਰਨਾ। ਸਿੱਖ ਮਾਮਲਿਆਂ ਦੇ ਉੱਤੇ ਅਕਾਲੀ ਦਲ ਸਟਰਗਲ ਕਰਦਾ ਰਿਹਾ 100 ਸਾਲ ਵਾਂਗ। ਉਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਜਾਇਜ਼ ਨੇ, ਉਹਨਾਂ ਨੂੰ ਕੋਈ ਪੋਲੀਟੀਕਲ ਬੰਦਾ ਕਰੇ ਠੀਕ ਹੈ, ਲੇਕਿਨ ਜਦੋਂ ਸਿੰਘ ਸਾਹਿਬ ਇਹ ਗੱਲ ਕਹਿ ਰਹੇ ਆ ਤੇ ਉਹਨੂੰ ਕਿਵੇਂ ਲਈਏ, ਅਸੀਂ ਕਿਵੇਂ ਸਮਝੀਏ? ਕਿਉਂਕਿ ਮੇਰੀ ਤਾਂ ਸਮਰੱਥਾ ਤੋਂ ਵੀ ਬਾਹਰ ਹੈ, ਮੇਰੀ ਸਮਝ ਵੀ ਬਹੁਤ ਛੋਟੀ ਹੈ। ਤੁਹਾਡੇ ਵਰਗੇ ਜਿਨ੍ਹਾਂ ਨੇ ਤਾ ਉਮਰ ਸਿੱਖੀ ਮਾਮਲਿਆਂ ਦੇ ਨਾਲ ਖਹਿ ਕੇ ਲੰਘੇ ਹੋ, ਸਿੱਖੀ ਮਾਮਲਿਆਂ ਦੇ ਨਿਬੇੜੇ ਕੀਤੇ ਆ, ਸਿੰਘ ਸਾਹਿਬ ਦੀ ਇਸ ਗੱਲ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਲੈਣਾ ਚਾਹੋਗੇ? ਅਸੀਂ ਕੋਈ ਬਹਿਸ ਨਹੀਂ ਕਰ ਰਹੇ, ਅਸੀਂ ਕੋਈ ਸਿੰਘ ਸਾਹਿਬ ਦੀ ਅਵਗਿਆ ਨਹੀਂ ਕਰ ਰਹੇ ਉਹਨਾਂ ਦੀ ਕਿਸੇ ਗੱਲ ਦੀ, ਉਹ ਬਹੁਤ ਸੁਪਰੀਮ ਪਾਵਰ ਨੇ, ਉਹਨਾਂ ਦਾ ਬਹੁਤ ਸਤਿਕਾਰ ਹੈ, ਪਰ ਆਖਰ ਇਹ ਜ਼ਰੂਰਤ ਸੀਗੀ ਇਸ ਗੱਲ ਦੀ? ਮੈਨੂੰ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਰੰਧਾਵਾ ਜੀ, ਤੁਸੀਂ ਬੜਾ ਪਰਟੀਨੈਂਟ ਕੁਐਸਚਨ ਪੁੱਛਿਆ ਹੈਗਾ, ਸਵਾਲ ਪਾਇਆ ਹੈਗਾ। ਅਕਾਲ ਤਖਤ ਸਾਡੇ ਸਾਰਿਆਂ ਵਾਸਤੇ ਸੁਪਰੀਮ ਬਾਡੀ ਹੈਗੀ ਹੈ, ਔਰ ਸਾਰੀ ਦੁਨੀਆ ਦੇ ਜਿੰਨੇ ਸਿੱਖ ਨੇ ਉਹ ਸਾਰੇ ਉਸ ਨੂੰ ਪ੍ਰਣਾਮ ਕਰਦੇ ਨੇ ਔਰ ਉਸ ਦੇ ਗਾਈਡੈਂਸ ਦੇ ਵਿੱਚ ਛਤਰ ਛਾਇਆ ਚੱਲਣਾ ਚਾਹੁੰਦੇ ਨੇ। ਅਕਾਲੀ ਪਾਰਟੀ 100 ਸਾਲ ਹੋ ਗਈ ਹੈਗੀ ਹੈ, ਉਹ ਇਹ ਵੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ ਪੂਰੀ, ਬਟ ਆਫ ਲੇਟ ਕਾਫੀ ਸਾਲਾਂ ਤੋਂ ਇਹਦੇ ਚ ਕਾਫੀ ਡਿਲੂਸ਼ਨ ਆਇਆ ਹੈਗਾ, ਕਿਉਂਕਿ ਅਕਾਲੀ ਪਾਰਟੀ ਜਿਹੜੀ ਕਿ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀ, ਇਟ ਬਿਕੇਮ ਏ ਪਾਰਟੀ ਫॉर ਐਵਰੀਬਾਡੀ। ਉਹ ਤੁਸੀਂ ਦੇਖ ਰਹੇ ਹੈਗੇ ਹੋ ਪੰਜਾਬ ਦੇ ਵਿੱਚ ਜਦੋਂ ਲਾਸਟ ਗਵਰਨਮੈਂਟ ਆਈ ਸੀ ਤੇ ਉਹਦੇ ਚ ਕਾਫੀ ਮਿਕਸ ਹੋਇਆ ਸੀ। ਤੁਸੀਂ ਜਿਹੜਾ ਸੋ ਕਾਲ ਦੀ ਸਿੱਖ ਵਲਵਲਾ ਹੈਗਾ ਜਾਂ ਸਿੱਖ ਦੇ ਰਾਈਟਸ ਨੇ ਜਾਂ ਜਿਸ ਦੇ ਪ੍ਰੋਟੈਕਸ਼ਨ ਵਾਲਾ ਕੰਮ ਹੈ, ਉਹ ਅਕਾਲੀ ਦਲ ਜਿਹੜਾ ਹੈ ਗ੍ਰੈਜੂਅਲੀ ਉਸ ਨੂੰ ਡਿਲੂਟ ਕਰਦਾ ਆਇਆ ਹੈਗਾ, ਔਰ ਦੇ ਹੈਵ ਬੇਸਿਕਲੀ ਗॉड ਗਿਵ them more strength। ਉਹ ਆਪਣੇ ਆਪ ਨੂੰ ਕਾਫੀ ਹੇਠਾਂ ਆਪ ਹੀ ਲੈ ਕੇ ਆਏ ਨੇ of their own misdeeds। Unfortunately, as today, their acceptance in Punjab and other places has also become negative। Now, ਅਸੀਂ ਤੇ ਬਲਕਿ ਚਾਹੁੰਦੇ ਹਾਂ ਕਿ ਅਕਾਲੀ ਦਲ ਨੂੰ ਇੱਕ ਫਿਰ ਉੱਪਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਟਸ ਰਿਪਰੈਜ਼ੈਂਟੇਟਿਵ ਸਿੱਖ ਬਾਡੀਜ਼। ਪਹਿਲੇ ਤੇ ਉਧਰ ਖੇਤਰ ਬੜਾ ਛੋਟਾ ਹੋ ਗਿਆ, ਸਿਰਫ ਪੰਜਾਬ ਵਿੱਚ ਸ਼ੰਭੂ ਤੱਕ ਹੈਗਾ, ਹਰਿਆਣਾ ਵਿੱਚ ਦੂਸਰੇ ਹੋ ਗਏ ਨੇ, ਦਿੱਲੀ ਚ ਦੂਸਰੇ ਹੋ ਗਏ ਨੇ। ਜਿੰਨੇ ਵੀ ਛੋਟੇ ਛੋਟੀਆਂ ਅਕਾਲੀ ਪਾਰਟੀ ਬਣੀਆਂ ਨੇ ਉਹਨਾਂ ਨੇ ਨੁਕਸਾਨ ਹੀ ਕੀਤਾ ਹੈ, ਕੋਈ ਕਿਸੇ ਦਾ ਫਾਇਦਾ ਨਹੀਂ ਕੀਤਾ। ਨਾ ਜੋ ਸਰਦਾਰ ਤੋਜਾ ਸਾਹਿਬ ਨੇ ਕਿਹਾ ਹੁਣ ਇਸ ਵੇਲੇ ਕਿ ਅਕਾਲ ਤਖਤ ਵਾਸਤੇ ਸਰਦਾਰ ਇੱਕ ਕਿਸੇ ਪੋਲਿਟਿਕਸ ਹੋਵੇ, he is a Khalsa, he is a Sardar and he is respected, equal treatment is given to him by the Akal Takht whenever he comes। ਹੁਣ ਸਵਾਲ ਹੈ ਕਿ you cannot distinguish line ਕਿ ਜੀ ਆਇਆ ਜੀ ਕਾਂਗਰਸ ਤੋਂ ਤੇ ਆਇਆ DMK ਤੋਂ ਆਇਆ ਸ਼ਿਵ ਸੈਨਾ ਤੋਂ, ਤੇ ਉਸ ਨੂੰ ਤੁਸੀਂ ਸੈਪਰੇਟ ਟ੍ਰੀਟਮੈਂਟ ਨਹੀਂ ਦੇ ਸਕਦੇ। ਆਪ ਦੀ ਜਿਹੜੀ ਸਫਲਤਾ ਹੋਈ ਹੈਗੀ ਹੈ, ਇਟ ਇਜ਼ ਬਿਕਾਜ਼ ਆਫ ਦੀ ਫੇਲੂਰ ਆਫ ਦੀ ਅਕਾਲੀ ਦਲ। ਨਾ ਉਹਨਾਂ ਨੂੰ ਇਸ ਚੀਜ਼ ਤੋਂ ਸੋਚਣਾ ਪੈਣਾ ਹੈਗਾ ਕਿ ਅਸੀਂ ਕਿਸ ਤਰੀਕੇ ਨਾਲ ਉੱਭਰ ਕੇ ਉੱਤੇ ਆ ਸਕਦੇ ਹਾਂ। ਸਟਰੈਂਥਨ ਦੀ ਪਾਰਟੀ ਜਿਹੜੀ ਉਹ ਚੱਲਿਆ ਸੀ, ਡੋਮੈਸਟਿਕ ਰੂਲ ਚੱਲਿਆ ਸੀ, ਉਸ ਨੂੰ ਜਿਹੜਾ ਹੈਗਾ ਨਵੀਂ ਲੀਡਰਸ਼ਿਪ ਕਿਸ ਤਰ੍ਹਾਂ ਲਿਆ ਸਕਦੇ ਹਾਂ, ਦੇ ਆਰ ਫੇਲ ਟੂ ਡੂ ਦੈਟ। ਦਿਸ ਇਜ਼ ਵਨ। ਨਾ ਕਮਿੰਗ ਟੂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈਗੀ, ਮੇਰੇ ਵਿਚਾਰ ਵਿੱਚ ਖਿਆਲ ਵਿੱਚ ਜਿਹੜਾ ਹੈਗਾ ਉਹ ਉਹਨਾਂ ਨੂੰ ਅਕਾਲ ਤਖਤ ਜਿਹੜੇ ਜਥੇਦਾਰ ਸਾਹਿਬ ਨੇ, ਹੀ ਸ਼ੁੱਡ ਬੀ ਅਬਵ ਪਾਰਟੀ ਲਾਈਨ। ਉਹਨਾਂ ਨੂੰ ਕੋਈ ਕਿਸੇ ਪਾਰਟੀ ਨਾਲ ਕੋਈ ਨਹੀਂ ਹੈਗਾ। ਅਕਾਲ ਤਖਤ ਬਲਕਿ ਅਕਾਲੀ ਦਲ ਪਾਰਟੀ ਨੂੰ ਸਟਰੋਂਗ ਕਰਨ ਕਿ ਸ਼ਾਇਦ ਕਦੇ ਕਿਸੇ ਨੂੰ ਲੋੜ ਨਹੀਂ ਹੈਗੀ ਹੈ। ਯੂ ਹੈਵ ਟੂ ਬੀ ਇਕੁਅਲੀ ਪਾਇਸ ਐਂਡ ਇਕੁਅਲੀ with equal strength for everybody। ਅਕਾਲੀ ਆਉਂਦੇ ਨੇ ਜਾਂ ਆਪ ਆਉਂਦੇ ਨੇ ਜਾਂ ਕੋਈ ਹੋਰ ਪਾਰਟੀ ਵੀ ਆਉਂਦੀ ਹੈ, ਉਹਨਾਂ ਨੂੰ ਤੁਸੀਂ ਉਹਨਾਂ ਰਿਸਪੈਕਟ ਦਿਓ, ਕਿਉਂਕਿ ਆਫਟਰ ਆਲ ਪੰਜਾਬ ਹੈਗਾ, ਪੰਜਾਬੀਅਤ ਹੈਗੀ, ਔਰ ਪੰਜਾਬ ਦੇ ਵਿੱਚ ਜਿੰਨੇ ਵੀ MLA ਬਣ ਕੇ ਹੁਣ ਆਏ ਨੇ ਕਾਫੀ ਸਾਰੇ ਮੈਜੋਰਟੀ ਸਲਾਰ ਹੈਗੇ ਨੇ। ਕੈਨ ਯੂ ਇਗਨੋਰ ਇਟ? ਅੱਛਾ, ਮੈਂ ਨਾ ਜੀ ਮੈਂ ਸਰ ਤੁਹਾਡੇ ਵੱਲ ਵਾਪਸ ਪਰਤਦਾ, ਤੁਸੀਂ ਗੱਲ ਬਹੁਤ ਸਾਫ਼ ਤਰੀਕੇ ਨਾਲ ਕਲੀਅਰ ਕਰਤੀ ਹੈ। ਸਰਦਾਰ ਤਰਲੋਚਨ ਸਿੰਘ, ਮੈਂ ਇਹ ਮੇਰੀ ਜਿਹੜੀ ਇੱਕ ਆਪਣੀ ਜਗਿਆਸਾ ਜਾਣਨ ਦੀ, ਕਿਉਂਕਿ ਤੁਸੀਂ ਅਕਾਲੀ ਸਫਾਂ ਦੇ ਵਿੱਚ ਸਰਗਰਮੀ ਨਾਲ ਵਿਚਰੇ ਹੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਤੁਹਾਡਾ ਨੇੜੇ ਦਾ ਵਾਰ ਆ, ਤੁਸੀਂ ਉਹਨਾਂ ਦੀ ਪੋਲਿਟਿਕਸ ਨੂੰ ਡਿਜ਼ਾਈਨ ਵੀ ਕਦੇ ਕਰਦੇ ਰਹੇ ਹੋ। ਮੈਨੂੰ ਇਹ ਦੱਸਿਓ ਕਿ ਸਿੰਘ ਸਾਹਿਬ ਜਦੋਂ ਅਕਾਲੀ ਲਗਾਤਾਰ ਗਲਤੀਆਂ ਕਰ ਰਹੇ ਸੀਗੇ, ਉਦੋਂ ਮੈਨੂੰ ਲੱਗਦਾ ਕਿ ਉਦੋਂ ਕਿਤੇ ਡਾਇਰੈਕਸ਼ਨ ਘੱਟ ਆਈ ਹੈ। ਭਾਵੇਂ ਉਹ ਗਿਆਨੀ ਗੁਰਬਚਨ ਸਿੰਘ ਸੀਗੇ, ਜਦੋਂ ਡੇਰੇ ਸਿਰਸੇ ਨਾਲ ਪੰਗੇਬਾਜ਼ੀ ਹੋ ਰਹੀ ਸੀ, ਜਦੋਂ ਹੁਕਮਨਾਮੇ ਹੋ ਤੇ ਵਾਪਸ ਹੋ ਰਹੇ ਸੀਗੇ, ਉਹਨਾਂ ਮਾਮਲਿਆਂ 'ਚ ਅਜੇ ਸਫਾਈ ਆਉਣੀ ਬਾਕੀ ਹੈ। ਕਿੱਥੇ ਕਿੱਥੇ ਡੇਰੇ ਦੀ ਸਪੋਰਟ ਲਈ ਗਈ, ਜਿਹੜੇ ਡੇਰੇ ਨੂੰ ਛੇਕਿਆ ਗਿਆ ਸੀਗਾ, ਜਿਹੜੇ ਡੇਰੇ ਦੇ ਮੁਖੀ ਨੂੰ ਛੇਕਿਆ ਗਿਆ ਸੀ,
ਉਹਨਾਂ ਦਾ ਸਮਰਥਨ ਲੈਣ ਵੇਲੇ ਅਕਾਲੀ ਦਲ ਨੂੰ ਡਾਂਟਿਆ ਵਰਜਿਆ ਨਹੀਂ ਗਿਆ, ਉਹ ਵੀ ਲੋਕ ਸਵਾਲ ਉਠਾ ਰਹੇ ਆ। ਮੈਂ ਇਹ ਕਿਉਂਕਿ ਤੁਸੀਂ ਨੇੜੇ ਦੇ ਜਾਣਕਾਰ ਹੋ ਤਾਂ ਤੁਹਾਡੇ ਤੋਂ ਪੁੱਛ ਰਿਹਾ। ਮੈਂ ਫਿਰ ਰਿਪੀਟ ਕਰ ਦਿਆਂ ਕਿ ਮੈਂ ਬਤੌਰ ਸਿੱਖ ਅੰਮ੍ਰਿਤਧਾਰੀ ਨਹੀਂ ਆ, ਮੈਂ ਪੂਰਾ ਗੁਰਸਿੱਖ ਵੀ ਨਹੀਂ ਆ ਤੇ ਪੂਰਾ ਸਿੱਖ ਵੀ ਨਹੀਂ ਆ, ਇਸ ਕਰਕੇ ਮੇਰਾ ਸ਼ਾਇਦ ਹੱਕ ਹਕੂਕ ਨਹੀਂਗਾ। ਪਰ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਜਦੋਂ ਜਦੋਂ ਅਕਾਲੀ ਦਲ ਜਿਹੜਾ ਤਰਜਮਾਨ ਸੀਗਾ ਔਰ ਜਿਹੜਾ ਇਸ ਖਿੱਤੇ ਦੀ ਨੁਮਾਇੰਦਗੀ ਸੰਘਰਸ਼ਾਂ 'ਚ ਕਰਦਾ ਰਿਹਾ, ਉਹ ਅਕਾਲ ਤਖਤ ਦੇ ਵੱਖ-ਵੱਖ ਜਥੇਦਾਰਾਂ ਨੇ ਉਹਨੂੰ ਵਰਜਿਆ ਕਿਉਂ ਨਾ ਜਦੋਂ ਉਹ ਗਲਤੀਆਂ ਕਰਦਾ ਸੀ। ਤੇ ਅੱਜ ਵੀ ਸਿੰਘ ਸਾਹਿਬ ਇਹਦੇ ਮੁਲਾਂਕਣ ਲਈ ਕਹਿਣ ਦੀ ਬਜਾਏ ਇਹਦੇ ਮਰਨ ਦਾ ਜਿਹੜਾ, ਹਾਲਾਂਕਿ ਖਤਮ ਨਹੀਂ ਹੋ ਰਿਹਾ, ਅਕਾਲ ਸ਼ਬਦ ਹੀ ਬਹੁਤ ਵੱਡਾ, ਅਕਾਲੀ ਸ਼ਬਦ ਹੀ ਬਹੁਤ ਵੱਡਾ, ਉਹ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਅੱਗੇ ਵੱਧ ਸਕਦਾ। ਸਰਦਾਰ ਸਾਹਿਬ ਮੈਨੂੰ ਮੇਰੇ ਸਵਾਲ ਉਲਝ ਜਾਂਦੇ ਆ, ਮੈਨੂੰ ਸਮਝਾਇਓ ਜ਼ਰਾ ਕਿੱਦਾਂ ਲਈਏ। ਵੇਖੋ, ਬੜੀ ਤੁਸੀਂ ਵਧੀਆ ਜੋ ਗੱਲ ਪੁੱਛੀ ਹੈ। ਆਪਾਂ ਜਦੋਂ ਬਹਿਸ ਕਰਦੇ ਹਾਂ, ਅਸੀਂ ਗੁਰੂ ਦੇ ਦੇਣਦਾਰ ਆ। ਸਾਡੀ ਕੋਈ ਮੋਟਿਵ ਕਿਸੇ ਸਿੰਘ ਸਾਹਿਬ ਦੀ ਜਾਂ ਅਵੱਗਿਆ ਦੀ ਜਾਂ ਉਹਨਾਂ ਨੂੰ ਚੈਲੰਜ ਕਰਨ ਦੀ ਨਹੀਂ। ਲੇਕਿਨ ਜੋ ਤੁਸੀਂ ਹੁਣ ਗੱਲਾਂ ਕਹੀਆਂ, ਇਹ ਇਤਿਹਾਸ ਹੈ। ਇਤਿਹਾਸ ਇਹ ਗਵਾਹ ਹੈ ਕਿ ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਜਿੰਨੇ ਵੀ ਹੋਏ, ਇਹ ਅਕਾਲੀ ਪਾਰਟੀ ਦੇ ਲੀਡਰਾਂ ਨੇ ਉਹਨਾਂ ਨੂੰ ਆਪਣੇ ਮੁਫਾਦ ਲਈ ਵਰਤਿਆ। ਇਹ ਜਥੇਦਾਰ ਸਾਹਿਬਾਨ ਨੇ ਆਪਣੀ ਅਹੁਦੇ ਦੀ ਅਵੱਗਿਆ ਕੀਤੀ। ਇਹ ਸਾਰੀ ਕੌਮ ਨੂੰ ਪਤਾ ਹੈ। ਜੋ ਤੁਸੀਂ ਹੁਣ ਕਿਹਾ, ਜੋ ਹੋਇਆ, ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ, ਕਈ ਵਾਰੀ ਕਹਿ ਚੁੱਕੇ ਹਾਂ। ਲੇਕਿਨ ਜਥੇਦਾਰ ਸਾਹਿਬਾਨ ਨੇ ਜਦੋਂ ਅਕਾਲੀਆਂ ਦੀਆਂ ਕੋਈ ਗਲਤੀਆਂ, ਉਹਨੂੰ ਕਦੇ ਨਹੀਂ ਟੋਕਦੇ। ਇਹ ਨਹੀਂ ਕਿਹਾ, ਉਲਟਾ ਆਪ ਇਹਨਾਂ ਨੇ ਮਿਸਯੂਜ਼ ਆਪਣੇ ਅਹੁਦੇ ਨੂੰ ਕਰਾਇਆ। ਸੋ ਇਸ ਕਰਕੇ ਉਹ ਪਬਲਿਕ ਸਾਰੀ ਜਾਣਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਜਥੇਦਾਰ ਸਾਹਿਬਾਨ, ਪਰ ਇਹਦਾ ਹੱਲ ਇੱਕੋ ਹੈ। ਜਥੇਦਾਰ ਸਾਹਿਬਾਨ ਦੀ ਅਪੁਆਇੰਟਮੈਂਟ ਸਿੱਖ ਕੌਮ ਦੀ ਪੋਲੀਟੀਕਲ ਪਾਰਟੀ ਨਾ ਕਰੇ। ਔਰ ਪੋਲੀਟੀਕਲ ਪਾਰਟੀ ਨਹੀਂ, ਇੱਕ ਇੰਡੀਵਿਜੂਅਲ ਕਰਦਾ, ਉੱਥੇ ਪਾਰਟੀ ਵੀ ਨਹੀਂ ਕਰਦੀ, ਇੱਕ ਬੰਦਾ ਕਰਦਾ, ਉਹਦੇ ਲਿਫਾਫੇ ਚੋਂ ਨਿਕਲਦਾ ਨਾ। ਸੋ ਇਹ ਗੱਲਾਂ ਕੌਮ ਨਹੀਂ ਚਾਹੁੰਦੀ। ਕੌਮ ਚਾਹੁੰਦੀ ਹੈ ਸੁਪਰਮੇਸੀ ਆਫ ਜਥੇਦਾਰ ਸਾਹਿਬ ਰਵੇ, ਪਰ ਉਹ ਪੋਲੀਟੀਕਲ ਲੀਡਰ ਦੇ ਅੰਡਰ ਨਾ ਹੋ। ਇਹ ਬੜੀ ਵੱਡੀ ਗੱਲ ਹੈ ਜੋ ਪਿੱਛੇ ਹੋਇਆ। ਬਾਕੀ ਉਹ ਡੇਰਾ ਦੇ ਲੋਕਾਂ ਨੇ ਹੀ ਸਾਫ਼ ਕਰਤਾ। ਕਹਿੰਦੇ ਜੀ ਡੇਰਾ ਬਾਹਰ ਆ ਗਿਆ, ਡੇਰੇ ਵਾਲਾ ਵੋਟਾਂ ਪਵਾਏਗਾ। ਉਹ ਜਿਹੜੇ ਵੋਟਰ ਉਹਦੇ ਸਨ, ਉਹ ਵੀ ਝਾੜੂ ਨਾਲ ਹੀ ਪਰੇ ਚਲੇ ਗਏ। ਸੋ ਉਹ ਗੱਲ ਤੋਂ ਖਤਮ ਹੈ। ਇਸ ਕਰਕੇ ਜੋ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਕਰ ਚੁੱਕੇ, ਉਹ ਗੁਰੂ ਦੇ ਅੱਗੇ ਆਪ ਹੀ ਆਪਣੇ ਸਾਹਮਣੇ ਕਹਿਣ ਕਿ ਵੀ ਜੋ ਹੋ ਗਿਆ ਹੋ ਗਿਆ। ਅੱਗੇ ਤੋਂ ਨਿਊਟਰੈਲਿਟੀ ਆਪ ਜਥੇਦਾਰ ਸਾਹਿਬ। ਦੇਖੋ ਹੁਣ ਪੋਪ ਹੈ, ਕ੍ਰਿਸਚੀਅਨਟੀ ਦਾ ਅੱਡ ਹੈ, ਉਹ ਕਦੇ ਕਹਿੰਦਾ ਲੇਬਰ ਪਾਰਟੀ ਕੰਜ਼ਰਵੇਟਿਵ ਪਾਰਟੀ ਲੰਡਨ ਦੀ ਹੋਵੇ। ਕੋਈ ਹੁਣ ਜਿਹੜੀਆਂ ਸਾਡੀਆਂ ਰਿਲੀਜੀਅਸ ਅਥਾਰਟੀਜ਼ ਹਨ, ਇਹ ਪੋਲੀਟੀਕਲ ਪਾਰਟੀਆਂ ਦੀਆਂ ਝਗੜਿਆਂ ਤੋਂ ਉੱਪਰ ਉੱਠਣ, ਕੋਈ ਹੋਵੇ। ਬਲਕਿ ਮੈਂ ਤਾਂ ਚਾਹੁੰਦਾ ਜਥੇਦਾਰ ਸਾਹਿਬ, ਜਿਹੜੀ ਸਰਕਾਰ ਪੰਜਾਬ ਆਈ ਹੈ, ਇਹਨਾਂ ਦੇ ਲੀਡਰਾਂ ਨੂੰ ਬੁਲਾਓ, ਇਹਨਾਂ ਨੂੰ ਕਹੋ ਭਰਾਵੋ ਇਹ ਸਿੱਖਾਂ ਦੇ ਮਸਲੇ ਨੇ, ਇਹ ਹੱਲ ਕਰੋ। ਇਹਨਾਂ ਨੂੰ ਪਹਿਲਾਂ, ਜੇ ਅੱਜ ਤੁਸੀਂ ਇਹ ਕਹਿੰਦਾ ਐਡਮੀਨ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਨੈਗੇਟਿਵ ਕਰਨਾ ਚਾਹੁੰਦੇ ਹੋ ਆਪਣੇ ਤੋਂ। ਕੱਲ ਇਦਾਂ ਹੀ ਇੰਡੀਆ ਸਰਕਾਰ ਵਕਤ ਜਥੇਦਾਰ ਸਾਹਿਬ ਐਸੇ ਬਿਆਨ ਦਿੱਤੇ ਵਿੱਚ, ਤੁਸੀਂ ਵੀ ਬੋਲੇ, ਅਸੀਂ ਵੀ ਡਰਦੇ ਬੋਲਦੇ ਨਹੀਂ, ਜਿਨ੍ਹਾਂ ਦੀ ਲੋੜ ਨਹੀਂ ਸੀ। ਕਦੇ ਜਥੇਦਾਰ ਸਾਹਿਬ RSS ਦੇ ਲੀਡਰ ਬਾਰੇ ਬੋਲਦੇ, ਕਦੇ ਪ੍ਰਧਾਨ ਮੰਤਰੀ ਬਾਰੇ ਬੋਲਦੇ, ਕਦੇ BJP ਬਾਰੇ। ਮਤਲਬ ਕਿ ਇਹ ਗੱਲਾਂ ਦੀ ਲੋੜ ਨਹੀਂ। ਜਥੇਦਾਰ ਨਹੀਂ ਸਰਦਾਰ ਸਾਹਿਬ, ਚਲੋ ਦੇਖੋ, ਮੇਰਾ ਖਿਆਲ ਹੈ ਜਿੱਥੇ ਵਿਚਾਰਧਾਰਕ ਵਖਰੇਵੇਂ ਹੋਣ, ਸਿੰਘ ਸਾਹਿਬ ਨੂੰ ਲੀਡ ਲੈਣਾ ਕਰਨਾ ਚਾਹੀਦਾ। RSS ਦੇ ਮਾਮਲਿਆਂ ਦੇ ਵਿੱਚ ਕਈ ਤਾਂ ਮੇਰੇ ਖਿਆਲ ਮਤੇ ਵੀ ਹੈਗੇ ਆ, ਕਈ ਹੁਕਮਨਾਮਿਆਂ ਦੀ ਗੱਲ ਆ, ਕਈ ਚੀਜ਼ਾਂ ਦੀ ਗੱਲ ਆ, ਲੇਕਿਨ ਉੱਥੇ ਵੀ ਦੁਬਦਾ ਹੈ, ਉੱਥੇ ਵੀ ਆਣ ਕੇ ਚਿੱਤੀਆਂ ਨੇ। ਕਈ ਵਾਰੀ ਤਾਂ ਇਹ ਕਹਿੰਦੇ ਆ ਕਿ ਦੋਹਰੇ ਮਾਪਦੰਡ ਵੀ ਆ ਜਾਂਦੇ ਆ। ਸਿੰਘ ਸਾਹਿਬ ਜਦੋਂ ਕਿਤੇ ਇਹੋ ਜਿਹੇ ਮਾਮਲਿਆਂ 'ਚ ਬੋਲਦੇ ਆ, ਉਹ ਇੱਕ ਵੱਖਰਾ ਪਹਿਲੂ ਆ, ਉਹ ਸਿੱਖਾਂ ਦੀ ਨੁਮਾਇੰਦਗੀ ਵੱਖਰੇ ਤਰੀਕੇ ਨਾਲ ਕਰਨ। ਹੁਣ ਪਿਛਲੀ ਵਾਰੀ ਸਿੰਘ ਸਾਹਿਬ ਜਿਹੜੇ ਮੁੱਖ ਮੰਤਰੀ ਚੰਨੀ ਸਾਹਿਬ, ਉਹਨਾਂ ਦੇ ਕੋਲ ਜਾ ਕੇ ਆਏ, ਉਹਨਾਂ ਦੀ ਪੁੱਤਰ ਦੀ ਸ਼ਾਦੀ 'ਚ ਵੀ ਗਏ, ਸ਼ਾਦੀ ਦੇ ਵਿਆਹ ਤੇ ਗਏ। ਮਤਲਬ ਉਸ ਚੰਗੀਆਂ ਗੱਲਾਂ ਨੇ। ਕੱਲ ਨੂੰ ਭਗਵੰਤ ਮਾਨ ਜਾਂ ਕੋਈ ਹੋਰ ਵੀ ਸਿੱਖ, ਜਿਵੇਂ ਕੁਲਤਾਰ ਸਿੰਘ ਸੰਧਵਾ ਮੇਰੇ ਖਿਆਲ ਅੰਮ੍ਰਿਤਧਾਰੀ ਹੈ, ਗਿਆਨੀ ਜ਼ੈਲ ਸਿੰਘ ਦਾ ਪੋਤਾ ਹੈ। ਦੇਖੋ ਮੇਰਾ ਵੱਡਾ ਪੱਕਾ ਸਿੱਖ ਹੈ ਇਸ ਫੈਮਿਲੀ ਦਾ। ਇਹਦੇ ਸਾਰੀ ਫੈਮਿਲੀ ਕਿੰਨੀ ਸਿੱਖੀ ਦੀ ਸੇਵਾ, ਤੇ ਕੀ ਉਹਨੂੰ ਸਿੱਖ ਨਹੀਂ? ਮੈਂ ਤਾਂ ਕਾਂਗਰਸੀ ਕਹਿਣਾ, ਰੰਧਾਵਾ ਸਾਹਿਬ ਕਿਰਪਾਨ ਪਾਉਂਦੇ, ਇਹਨਾਂ ਦਾ ਫਾਦਰ ਕਿਰਪਾਨ ਪਾਉਂਦਾ ਸੀ, ਕੀ ਉਹ ਸਿੱਖ ਨਹੀਂ? ਸੋ ਇਹ ਗੱਲਾਂ ਸਾਨੂੰ ਬਿਲਕੁਲ ਕਦੇ ਨਹੀਂ ਕਰਨੀਆਂ ਚਾਹੀਦੀਆਂ। ਕੋਈ ਪਾਰਟੀ ਚਾਵੇ, ਸਿੱਖ ਆਵੇ, ਅਸੀਂ ਰਿਸਪੈਕਟ ਕਰੀਏ। ਸਰਦਾਰ ਸਾਹਿਬ, ਉਸ ਮਾਮਲੇ 'ਚ ਵੀ ਕਿਤੇ ਤੁਸੀਂ ਦੂਜਾ ਪਹਿਲੂ ਦੇਖ ਸਕਦੇ ਹੋ ਕਿ ਕਿਸੇ ਸਮੇਂ ਕਾਂਗਰਸ ਪਾਰਟੀ ਦੀ ਸੁਪਰੀਮੋ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕ ਚਾੜੇ ਸੀ। ਉਹ ਚੀਜ਼ਾਂ ਅਜੇ ਕਾਇਮ ਦਾਇਮ ਨੇ। ਜੇ ਉਹਨਾਂ ਦੇ ਉੱਤੇ ਕਦੇ ਸਿੰਘ ਸਾਹਿਬ ਟਿੱਪਣੀ ਕਰਨ ਜਾਂ ਉਹਨਾਂ ਨਾਲੋਂ ਵਿੱਥ ਬਣਾ ਕੇ ਚੱਲਣ, ਮੰਨਿਆ ਜਾ ਸਕਦਾ ਕਿ ਅਜੇ ਤੱਕ ਪਾਰਟੀ ਪੱਧਰ ਤੇ ਮਾਫੀ ਮੰਗਣੀ ਜਾਂ ਬਾਕੀ ਚੀਜ਼ਾਂ, ਉਹ ਚੀਜ਼ਾਂ ਵੱਖਰੀਆਂ ਨੇ। ਹਾਲਾਂਕਿ ਕਈ ਵਾਰੀ ਉਸ ਤੋਂ ਬਾਅਦ ਰਾਹੁਲ ਗਾਂਧੀ ਔਰ ਸਾਰੇ ਆਏ, ਉਹਨਾਂ ਨੂੰ ਸਿਰੋਂ ਪਾਓ ਵੀ ਮਿਲੇ, ਉਹ ਗੁਰੂ ਘਰਾਂ 'ਚ ਬੈਠੇ ਵੀ ਨੇ, ਉਹ ਕੋਈ ਮਸਲਾ ਨਹੀਂ। ਲੇਕਿਨ ਸਵਾਲ ਇਹ ਆ ਕਿ ਜਦੋਂ ਮੁਆਫ ਕਰਨ ਦੀ ਪ੍ਰਵਿਰਤੀ ਆਉਂਦੀ ਆ, ਉਹਨੂੰ ਜੇ ਤੁਸੀਂ ਪਾਸੇ ਰੱਖ ਵੀ ਲਓ, ਮੈਨੂੰ DIG ਸਾਹਿਬ ਇਸ ਗੱਲ ਤੇ ਜ਼ਰੂਰ ਦੱਸਿਓ ਕਿ ਸਿੰਘ ਸਾਹਿਬ ਦਾ ਚਿਹਰਾ
ਅਕਾਲ ਤਖਤ ਸਾਹਿਬ ਦੇ ਸਰਬਰਾਹ ਦਾ, ਸਿੱਖਾਂ ਦੀ ਸੁਪਰੀਮ ਪਾਵਰ ਦਾ ਸਾਰਿਆਂ ਲਈ ਇੱਕ ਨਜ਼ਰੀਏ ਤੋਂ ਚੱਲਣਾ। ਕਦੇ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਹੁੰਦਾ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਰ ਧਰਮ ਦੇ, ਹਰ ਜਾਤ ਦੇ ਲੋਕ ਸੀਗੇ ਔਰ ਉਹ ਇਨਸਾਫ ਪਸੰਦ ਰਾਜਾ ਸੀ। ਉਹਦਾ ਦਰਬਾਰ ਸਾਹਿਬ ਨਾਲ ਮੋਹ ਬਹੁਤ ਸੀ, ਲੇਕਿਨ ਉਹ ਬਾਕੀ ਧਰਮਾਂ ਲਈ ਵੀ ਉਹਨਾਂ ਹੀ ਸਤਿਕਾਰ ਕਰ ਰਿਹਾ ਸੀ। ਉਹ ਰਾਜਾ ਸੀ, ਲੇਕਿਨ ਸਾਡੇ ਤਾਂ ਇਹ ਰਾਜਿਆਂ ਤੋਂ ਵੱਡੇ ਬਾਦਸ਼ਾਹ ਨੇ। ਜਿੱਥੇ ਉਹ ਮਹਾਰਾਜਾ ਰਣਜੀਤ ਸਿੰਘ ਆ ਕੇ ਸਿਰ ਝੁਕਾਉਂਦਾ ਸੀ, ਜਿੱਥੇ ਉਹਨੂੰ ਸਜ਼ਾ ਲਾਈ ਗਈ, ਉਹਦਾ ਜਿਹੜਾ ਸਰਬਰਾਹ ਹੈ ਉਹ ਬਹੁਤ ਛੋਟੇ ਝਮੇਲਿਆਂ 'ਚ ਨਾ ਪਵੇ, ਸਿੱਖ ਚਾਹੁੰਦੇ ਆ। ਪਰ ਅਸੀਂ ਸਿੰਘ ਸਾਹਿਬ ਦੀ ਆਲੋਚਨਾ ਨਹੀਂ ਕਰ ਸਕਦੇ, ਨਾ ਕਰ ਰਹੇ ਆ, ਕਿਉਂਕਿ ਦੂਜੇ ਲੋਕ ਇਸ ਗੱਲ ਨੂੰ ਅੱਗੇ ਵਧਾ ਰਹੇ ਆ ਤੇ ਸਾਨੂੰ ਲੱਗਦਾ ਸੀ ਕਿ ਇਹਨੂੰ ਕੰਸਟਰਕਟਿਵ ਵੇ ਨਾਲ, ਇਹਨੂੰ ਉਸਾਰੂ ਤਰੀਕੇ ਨਾਲ ਇਹਦੇ ਤੇ ਅਸੀਂ ਗੱਲ ਕਰੀਏ। ਸੋ ਮੈਨੂੰ ਸਰਦਾਰ ਸਾਹਿਬ ਆਪਣੀ ਰਾਏ ਦੱਸਿਓ, ਡੀਆਈਜੀ ਸਾਹਿਬ ਪ੍ਰਤਾਪ ਸਿੰਘ ਜੀ। रंधावा जी, ये बड़ा बहुत पुराना समस्या चल रही है, बहुत पुरानी चीज चल रही है ये। देयर हैज बीन ए मूव लॉन्ग बैक कि किसी तरीके नाल अकाल तख्त ਨੂੰ ਆਟੋਨਮਸ ਬਣਾਇਆ ਜਾਏ, ਉਹਦੀ ਇੱਕ ਨਵੀਂ ਕਨਸਟੀਟਿਊਸ਼ਨ ਬਣਾਈ ਜਾਏ ਔਰ ਉਸ ਦੇ ਨਾਲ ਕੀ ਹੈਗਾ ਕਿ ਪੋਲੀਟੀਕਲ ਇਨਫਲੂਐਂਸ ਜਿਹੜਾ ਹੈਗਾ ਉਹਨਾਂ ਦੇ ਉੱਤੇ ਉਹ ਗ੍ਰੈਜੂਅਲੀ ਖਤਮ ਹੋ ਜਾਏ। ਹੁਣ ਇਸ ਵੇਲੇ ਜੋ ਹਾਲਤ ਨੇ, ਕਿਉਂਕਿ ਉਹ ਪੋਲੀਟੀਕਲ ਪਾਰਟੀ ਦੇ ਅਪਾਇੰਟੀ ਹੈਗੇ ਨੇ, ਦੈਟ ਟੂ ਅ ਵਨ ਮੈਨ ਸ਼ੋ, तो वो अपनी जड़ी थोड़ी बहुत कलरिंग तो हो जाएगी। तुसी यू कांट एक्सेप्ट इग्नोर दैट कि अगर उस ना पार्टनर उनका मेल मिलाप हैगा, ही इज दिस मास्टर, तो उन्होंने थोड़ी बहुत उन्होंने कलरिंग तो देनी पेगी। तो इसलिए उन्होंने तुसी जिस तरह मजे ले लो, बट ही विल हैव टू बी अबव बोर्ड sectarian line, irrespective of which party you come from, where you come from, तुसी have to be above board, और there is no need of making any sharp criticism। ਜੇ ਪੰਜਾਬੀ ਚ ਗੱਲ ਕਰੋ ਜਰਾ ਸੌਖਾ ਰਹਿ ਜਾਊਗਾ। हाँ जी, हाँ। तो कोशिश तो साड़ी यही हैगी है कि वो इन्होंने ऑटोनमस बनाया जाए। इस जो उत्थे बहुत सारा काम भी होया है। हरिंदर सिंह द सिख राइज वाला जो हैगा रिसर्च इंस्टीट्यूट वाला, उन्होंने बहुत अच्छे पेपर लिखे ने, वैबसाइट ते अवेलेबल हैगा। हुण रीसेंट बल्कि जदों अकाल तख्त दे साहब दे चीफ गए ने, जथेदार साहब गए ने, मिशिगन हो के आए ने, हुणे एक बुक भी लॉन्च हुई है कि अकाल तख्त नूं किवें रीइनफोर्स कीता जाए। ਉਹਦੇ ਵਿੱਚ ਵੀ ਜਿਹੜਾ ਡਾਇਸਪੋਰਾ ਹੈਗਾ ਉਹ ਦੇਖ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਇਹਨੂੰ ਉੱਪਰ ਚੱਕੀਏ ਔਰ ਇਹਦੀ ਪਿਸਟਨ ਜਿਹੜੀ ਗਲੋਰੀ ਪਹਿਲੇ ਸੀ ਉਸੇ ਉੱਪਰ ਲੈਵਲ ਤੇ ਲੈ ਕੇ ਆਈਏ। ਉਹ ਅਸੀਂ ਲੈ ਕੇ ਆ ਸਕਦੇ ਹਾਂ ਅਗਰ ਇਹਨੂੰ ਥੋੜਾ ਜਿਹਾ ਆਟੋਨਮਸ ਬਣਾਈਏ, ਪੋਲੀਟੀਕਲ ਇਨਫਲੂਐਂਸ ਘੱਟ ਕਰੀਏ ਔਰ ਕੈਪੇਬਲ ਟੂ ਕੈਪੇਬਲ ਪਰਸਨ ਜਿਹੜੇ ਨੇ ਸਾਡੇ ਕੋਲ ਅਵੇਲੇਬਲ ਹੈਗੇ ਨੇ ਵਰਲਡ ਵਾਈਡ। ਇਹ ਨਹੀਂ ਕਿ ਸਾਡੇ ਕੋਲ ਹਿੰਦੁਸਤਾਨ ਵਿੱਚ ਬਾਹਰ ਨਹੀਂ, ਜਿੱਥੋਂ ਵੀ ਮਿਲਦੇ ਨੇ ਅਕਾਲ ਤਖਤ ਚੀਫ ਉਹਨੂੰ ਲਿਆ ਕੇ ਆਦਮੀ ਬਣਾਏ। ਫਿਰ ਤੁਸੀਂ ਦੇਖ ਸਕਦੇ ਹੋ ਕਿ ਕੁਆਂਟਮ ਜਿਹੜੀ ਚੇਂਜ ਹੈਗੀ ਹੈ ਉਹਦੇ ਵਿੱਚ ਆਏਗੀ। ਉਹਨਾਂ ਦੀ ਇੱਕ ਤਾਂ ਰੁਤਬਾ ਉੱਪਰ ਜਾਏਗਾ, ਗਲੋਰੀ ਆਏਗੀ ਔਰ ਜਿਹੜਾ ਇਨਫਲੂਐਂਸ ਹੈਗਾ ਉਹ ਘਟਣਾ ਸ਼ੁਰੂ ਹੋ ਜਾਏਗਾ। ਇਮੀਡੀਏਟਲੀ ਨਹੀਂ ਘਟਦਾ ਬਟ ਘਟਣਾ ਸ਼ੁਰੂ ਹੋ ਜਾਏਗਾ। ਦਿਸ ਇਜ਼ ਹਾਊ ਆਈ ਪਰਸੀਵ। ਹਾਂਜੀ ਜੀ ਸਰਦਾਰ ਸਾਹਿਬ, ਮੈਂ ਸਰਦਾਰ ਤਰਲੋਚਨ ਸਿੰਘ ਹੋਰਾਂ ਤੋਂ ਪੁੱਛਣਾ ਚਾਹੁੰਦਾ ਇਹੀ ਗੱਲ ਕਿ ਸਰਦਾਰ ਸਾਹਿਬ ਇਹ ਅਹਿਮ ਪਹਿਲੂ ਆ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵੱਲ ਜਾਂਦੇ ਆ, ਸਿੱਧ ਗੋਸ਼ਟ ਦਾ ਜ਼ਿਕਰ ਹੈ, ਉਦੋਂ ਡਿਸਕਸ਼ਨ ਦੀ ਗੱਲ ਆ, ਚਰਚਾ ਦੀ ਗੱਲ ਆ, ਵਿਚਾਰ ਦੀ ਗੱਲ ਆ, ਵਿਚਾਰਾਂ ਦੇ ਖੰਗਾਲਣ ਦੀ ਗੱਲ ਹੈ ਤੇ ਵਿਚਾਰਾਂ ਦੇ ਰਿੜਕਣ ਦੀ ਗੱਲ ਹੈ। ਔਰ ਸਾਡੇ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਵੱਡੇ ਇਜਲਾਸ ਹੁੰਦੇ ਆ, ਇੱਕ ਦਿਨ ਦੇ ਵਿੱਚ ਹੀ ਬਜਟ ਮੁਕਾਤਾ ਜਾਂਦਾ, ਇੱਕ ਦਿਨ ਚ ਪ੍ਰਧਾਨ ਦੀ ਚੋਣ ਹੋ ਜਾਂਦੀ, ਕੁਝ ਮਤੇ ਲਿਆ ਕੇ ਸਾਰ ਲਿਆ ਜਾਂਦਾ। ਸੋ ਡਿਸਕਸ਼ਨਸ ਤੇ ਡਿਬੇਟਸ ਲਈ ਜਗ੍ਹਾ ਨਹੀਂ ਬਚੀ। ਇਸੇ ਤਰੀਕੇ ਨਾਲ ਸਿੰਘ ਸਾਹਿਬ ਵੀ ਉਸ ਤਰ੍ਹਾਂ ਦੀਆਂ ਡਿਬੇਟਸ ਤੋਂ ਪਿੱਛੇ ਬਰਗਾੜੀ ਵਾਲੇ ਮਾਮਲੇ ਤੇ ਉਹਨਾਂ ਨੇ ਕੁਝ ਯਤਨ ਤਾਂ ਕੀਤਾ, ਲੇਕਿਨ ਖੁੱਲੇ ਤੌਰ ਤੇ ਸਿੱਖ ਮਾਮਲਿਆਂ 'ਚ ਕਦੇ ਬਹਿਸ ਨਹੀਂ ਰਚਾਈ ਗਈ। ਵੱਡੀਆਂ ਗੱਲਾਂ ਜਿਨ੍ਹਾਂ ਦਾ ਕੋਈ ਕਨਕਲੂਜਨ, ਜਿਨ੍ਹਾਂ ਦਾ ਕੋਈ ਨਿਚੋੜ ਕੱਢਿਆ ਜਾ ਸਕੇ, ਉਹ ਨਦਾਰਦ ਨੇ, ਉਹ ਨਹੀਂ ਹੋ ਰਹੀਆਂ। ਸੋ ਮੈਂ ਚਾਹੁੰਦਾ ਕਿ ਤੁਸੀਂ ਇਹਦੇ ਤੇ ਕੋਈ ਇਨੀਸ਼ੀਏਟ ਕਰੋ। ਸਿੰਘ ਸਾਹਿਬ ਤੁਹਾਡੇ ਨੇੜੇ ਨੇ, ਦੋਨਾਂ ਦੇ ਹੀ ਨੇੜੇ ਆ, ਸਿੰਘ ਸਾਹਿਬ ਨਾਲ ਤੁਹਾਡੇ ਨਜ਼ਦੀਕੀ ਤਾਲੁਕਾਤ ਨੇ। ਗਿਆਨੀ ਹਰਪ੍ਰੀਤ ਸਿੰਘ ਬਹੁਤ ਸਿਆਣੇ ਨੇ, PhD ਨੇ, ਉਹਨਾਂ ਨੂੰ ਰਿਸਰਚ ਦਾ ਪਤਾ, ਉਹਨਾਂ ਨੂੰ ਸੈਮੀਨਾਰਸ ਦਾ ਪਤਾ, ਉਹਨਾਂ ਨੂੰ ਬਹਿਸਾਂ ਦਾ ਪਤਾ ਹੈ। ਉਹਨਾਂ ਲਈ ਕੋਈ ਗੱਲ ਛੁਪੀ ਹੋਈ ਲੁਪੀ ਹੋਈ ਨਹੀਂ ਔਰ ਉਹ ਬਹੁਤ ਹੀ ਖੁੱਲੇ ਮਨ ਨਾਲ ਸਾਰੇ ਵਿਚਾਰ ਗ੍ਰਹਿਣ ਵੀ ਕਰਦੇ ਆ, ਸੁਣਦੇ ਵੀ ਆ। ਸਾਨੂੰ ਖੁਸ਼ੀ ਹੈ ਕਿ ਉਹ ਸੁਣਦੇ ਆ, ਘੱਟੋ ਘੱਟ ਨਹੀਂ ਤਾਂ ਆਮ ਤੌਰ ਤੇ ਧਾਰਮਿਕ ਸਰਬਰਾਹ ਸੁਣਨ ਨੂੰ ਤਵੱਜੋ ਹੀ ਨਹੀਂ ਦਿੰਦੇ। ਸੋ ਜੇ ਇਸ ਤਰ੍ਹਾਂ ਦੀਆਂ ਬਹਿਸਾਂ, ਇਸ ਤਰ੍ਹਾਂ ਦੀਆਂ ਡਿਸਕਸ਼ਨਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਮਰਿਆਦਾ ਅਨੁਸਾਰ, ਸਿੱਖ ਸਿਧਾਂਤ ਦੇ ਅਨੁਸਾਰ ਅੱਗੇ ਵੱਧ ਸਕਣ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਮਾਮਲੇ ਉਹ ਵਿਚਾਰੇ ਜਾ ਸਕਦੇ ਆ। ਸਰਦਾਰ ਤਰਲੋਚਨ ਸਿੰਘ ਜੀ। ਜਥੇਦਾਰ ਸਾਹਿਬ ਜੀ, ਜੋ ਤੁਸੀਂ ਕਿਹਾ ਮੈਂ ਪੂਰਾ ਬਣਾ ਲਾਂ। ਜਥੇਦਾਰ ਸਾਹਿਬ ਦਾ ਮਾਣ ਸਤਿਕਾਰ ਇਦੋਂ ਵੱਧ 100 ਗੁਣਾ ਹੋਣਾ ਚਾਹੀਦਾ ਔਰ ਸਾਰੀ ਦੁਨੀਆ ਕਰੇ। ਜਦੋਂ ਅਸੀਂ ਸੁਪਰੀਮ ਅਥਾਰਟੀ ਬਣਦੇ ਆ ਤੇ ਸੁਪਰੀਮ ਅਥਾਰਟੀ ਦੇ ਅਸੀਂ ਜਿਹੜਾ ਪੂਰਾ ਜਾਓ ਜਲਾ ਨੂੰ ਚਾਹੁੰਦੇ ਆ ਹੋਰ ਕਾਇਮ ਹੋਵੇ। ਸੋ ਇਸ ਕਰਕੇ ਸਾਨੂੰ ਇਸ ਬਾਰੇ, ਲੇਕਿਨ ਜਥੇਦਾਰ ਸਾਹਿਬ ਅੱਗੇ ਬੇਨਤੀ ਹੈ ਸਾਡੀ ਵੀ ਕਿ ਕੋਈ ਨਾ ਕੋਈ ਇੰਟੈਲੈਕਚੁਅਲ ਬਿਆਨ ਦੇਣ ਤੋਂ ਪਹਿਲਾਂ ਕੋਈ ਫੋਰਮ ਬਿਠਾਓ, ਉਹ ਕਰੋ ਤਾਂ ਕਿ ਇਹੋ ਜਿਹੀਆਂ ਗੱਲਾਂ ਮੁੜ ਕੇ ਨਾ ਆਉਣ। ਇੱਕ ਮੈਂ ਹੋਰ ਕਹਿਣਾ ਚਾਹੁੰਦਾ, ਮਾਫ ਕਰੋਗੇ ਤੁਹਾਨੂੰ, ਗੱਲ ਬੜੀ ਲੰਬੀ ਹੋ ਗਈ,
ਕਿ ਪ੍ਰਧਾਨ ਸ਼੍ਰੋਮਣੀ ਕਮੇਟੀ 2 ਇਮੀਡੀਏਟਲੀ ਇਸ ਇਲੈਕਸ਼ਨ 'ਚ ਹਾਰ ਗਏ। ਇਹ ਮੈਂ ਦਿੱਲੀ ਰਹਿੰਦਾ, ਮੈਨੂੰ ਬੜੇ ਲੋਕਾਂ ਨੇ ਪੁੱਛਿਆ ਜੀ ਸ਼੍ਰੋਮਣੀ ਕਮੇਟੀ ਐਸਜੀਪੀਸੀ ਪ੍ਰਧਾਨ ਹਾਰ ਗਿਆ। ਸੋ ਸਾਨੂੰ ਕਿਧਰੇ ਇਹ ਵੀ ਫੈਸਲਾ ਲੈਣਾ ਪੈਣਾ ਕੌਮ ਨੂੰ ਕਿ ਜਿਹੜੀ ਐਸਜੀਪੀਸੀ ਜਿਹਨੂੰ ਅਸੀਂ ਕਹਿੰਦੇ ਹਾਂ ਸਿੱਖਾਂ ਦੀ ਪਾਰਲੀਮੈਂਟ, ਜਿਹੜਾ ਉਹਦਾ ਪ੍ਰਧਾਨ ਬਣੇ, ਕਿ ਉਹ ਉਸੇ ਵੇਲੇ ਆਪਣਾ ਅਸਤੀਫਾ ਦੇ ਕੇ ਜੀ ਮੈਂ ਅਸੈਂਬਲੀ ਲੜ ਰਿਹਾ ਤੇ ਫਿਰ ਹਾਰ ਜਾਏ, ਤੇ ਉਹ ਬਦਨਾਮੀ ਕਿੰਨੀ ਸਾਡੀ ਹੁੰਦੀ ਹੈ। ਉਹਦਾ ਵੀ ਕਦੇ ਸੋਚੀਏ ਅਸੀਂ ਕਿ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਬਣੇ ਕਿ ਉਹ ਪੋਲੀਟੀਕਲ ਪਾਰਟੀ ਤੋਂ ਬਾਹਰ ਨਿਕਲੇ। ਵੇਖੋ ਜਿੱਦਾਂ ਸਪੀਕਰ ਬਣਦਾ ਨਾ ਪਾਰਲੀਮੈਂਟ ਅਸੈਂਬਲੀਆਂ ਦੇ, ਉਹ ਪਾਰਟੀਆਂ ਛੱਡਦਾ ਹੈ। ਲੇਕਿਨ ਇਹ ਸਾਡੇ ਵੇਖੋ ਕਿੰਨੀ ਮਾੜੀ ਗੱਲ ਹੈ ਕਿ 2 ਪ੍ਰਧਾਨ ਇਮੀਡੀਏਟ ਜਿਹੜੇ ਹੁਣੇ ਹੀ ਦੋਨੋਂ ਇਲੈਕਸ਼ਨ ਹਾਰ ਗਏ। ਲੌਂਗੋਵਾਲ ਸਾਹਿਬ ਤੇ ਬੀਬੀ ਜਗੀਰ ਕੌਰ ਹਾਰ ਗਏ। ਜਿਹੜਾ ਰੰਧਾਵਾ ਜੀ ਤੁਸੀਂ ਕਦੇ ਟਾਈਮ ਮਿਲ ਗਿਆ ਕਰੋ। ਅੱਜ ਦੇ ਇਸ਼ੂ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਜਥੇਦਾਰ ਸਾਹਿਬ ਦੀ ਸੁਪਰਮੇਸੀ, ਜਿਵੇਂ ਕਰਨ ਪ੍ਰਤਾਪ ਸਿੰਘ ਇਹਨਾਂ ਨੇ ਡੀਏਜੀ ਸਾਹਿਬ ਨੇ ਕਿਹਾ ਕਿ ਇਹ ਪੋਲੀਟੀਕਲ ਅਪਾਇੰਟਮੈਂਟ ਨਹੀਂ ਹੋਣੀ ਚਾਹੀਦੀ, ਇਹਦੀ ਸਾਰੀ ਕੌਮ ਆਪਣਾ ਜਥੇਦਾਰ ਬਣਾਉਣ ਲਈ, ਜਿਹੜੇ ਅੱਜ 1 ਮੈਨ ਸ਼ੋਅ ਹੈ ਕਿ ਜਥੇਦਾਰ ਇੱਕ ਲਿਫਾਫੇ ਚੋਂ ਨਿਕਲਦਾ ਹੈ, ਉਹ ਬੰਦ ਹੋਵੇ। ਜਥੇਦਾਰ ਸਾਹਿਬ ਆਪਣੀ ਆਪ ਜਿਹੜੀ ਇਹਨਾਂ ਗੱਲਾਂ ਵਿੱਚ ਵੀ ਥੋੜਾ ਜਿਹਾ ਹੋਰ ਸੰਪਰਕ ਪੈਦਾ ਕਰਨ ਤੇ ਫਿਰ ਮੁੜ ਕੇ ਆਉਣਾ ਕਿ ਜੋ ਪੰਜਾਬ ਸਰਕਾਰ ਬਣੀ ਲੋਕਾਂ ਨੇ ਬਣਾਈ, ਇਹਦਾ ਜਥੇਦਾਰ ਜੀ ਆਪ ਬੁਲਾ ਕੇ ਇਹਨਾਂ ਦੀ ਗੱਲ ਕਰੋ, ਉਹਨਾਂ ਨੂੰ ਨਾ ਫੀਲ ਹੋਣ ਦਿਓ ਕਿ ਤੁਸੀਂ ਇਹ ਜਿਹੜੇ ਬਿਆਨ ਦੇ ਰਹੇ ਹੋ ਉਹਨਾਂ ਦੇ ਖਿਲਾਫ ਦੇ ਰਹੇ ਹੋ। ਇਹ ਭਾਵਨਾ ਨਹੀਂ ਜਾਣੀ ਚਾਹੀਦੀ ਨਵੀਂ ਪਾਰਟੀ। ਮੈਂ ਇਸ ਗੱਲ ਦਾ ਬੜਾ ਕਾਇਲ। ਜੀ ਜੀ ਬਿਲਕੁਲ, ਅਸੀਂ ਸਾਡਾ ਏਜੰਡਾ ਔਰ ਸਾਡਾ ਮੋਟਿਵ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਸੀ ਕਿ ਅਸੀਂ ਕਿਸੇ ਵੀ ਧਾਰਮਿਕ ਬਾਡੀ ਦੇ ਸੁਪਰੀਮ ਜਾਂ ਉਸ ਬਾਡੀ ਨੂੰ ਨੁਕਸਾਨ ਪਹੁੰਚਾਈਏ। ਔਰ ਸਾਡਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਜੇ ਚਰਚਾ ਕਿਧਰੇ ਬਾਹਰ ਚੱਲ ਰਹੀ ਹੈ ਤੇ ਉਹਦਾ ਪੱਧਰ ਡਿੱਗ ਰਿਹਾ ਉਸ ਚਰਚਾ ਦਾ, ਉਹਦੇ ਉੱਤੇ ਟਿੱਪਣੀਆਂ ਬੇਹੂਦਾ ਵੀ ਹੋ ਰਹੀਆਂ, ਤਾਂ ਕਿਉਂ ਨਾ ਅਸੀਂ ਆਪਣੇ ਗਰੀਬਾਨ ਦੇ ਵਿੱਚ ਅਸੀਂ ਆਪ ਵੀ ਸਿੱਖ ਹੋਣ ਦੇ ਨਾਤੇ ਇਹ ਗੱਲ ਕਰ ਸਕੀਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਜੇ ਫਿਰ ਵੀ ਕਿਸੇ ਦੇ ਰੰਧਾਵਾ ਸਾਹਿਬ ਇੱਕ ਮਿੰਟ ਬਿਫੋਰ ਯੂ ਕਲੋਜ਼, ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਪ੍ਰੈਜ਼ੈਂਟ ਆਪਣੇ ਜਥੇਦਾਰ ਸਾਹਿਬ ਨੇ, ਇਹਨਾਂ ਦੀ ਰੀਚ ਕਾਫੀ ਇਨਕਰੀਜ਼ ਹੋਈ ਹੈਗੀ, ਕਾਫੀ ਵਧੀ ਹੈਗੀ ਹੈ। ਔਰ ਅਸੀਂ ਉਹਨਾਂ ਨਾਲ ਮੇਰੇ ਖਿਆਲ 3 ਵਾਰੀ ਤੇ ਮੈਂ ਵੀਡੀਓ ਕਾਨਫਰੰਸ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ ਔਨ ਵੇਰੀਅਸ ਟੌਪਿਕਸ। ਔਰ ਬਾਹਰ ਵੀ ਜਾ ਕੇ ਹੁਣ ਇੰਟੈਕਚੁਅਲ ਨੂੰ ਇਕੱਠਾ ਕਰ ਰਹੇ ਨੇ ਉਹ ਮਿਲ ਕੇ। ਬਟ ਸਵਾਲ ਹੈ ਕਿ ਇਹਨਾਂ ਨੂੰ ਇੱਕ ਕੰਸਲਟੇਟਿਵ ਕਮੇਟੀ ਚਾਹੀਦੀ ਹੈਗੀ ਉੱਥੇ ਐਡਵਾਈਜ਼ਰੀ ਦੀ, ਜਿਹੜੀ ਕਿ ਅਵੇਲੇਬਲ ਹੋਣ ਇਮੀਡੀਏਟਲੀ ਥੋੜਾ ਜਿਹਾ ਟਾਈਮ ਦੇ ਨਾਲ, ਤਾਂ ਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਸਲਾਹ ਮਸ਼ਵਰਾ ਕਰ ਸਕਣ। ਇੱਕ ਵਾਰੀ ਆਪਣੀ ਸਟੇਟਮੈਂਟ ਦੇਣ ਤੋਂ ਪਹਿਲੇ ਉਹਦੇ ਨਾਲ ਕੀ ਆਏਗਾ, ਐਵਰੀਥਿੰਗ ਰਿਫਾਈਨਡ ਹੋ ਜਾਏਗੀ ਔਰ ਸਟਰਕਚਰਡ ਚੀਜ਼ ਨਾਲ ਬਾਹਰ ਆਏਗੀ ਅਗਰ ਆਣੀ ਹੈਗੀ ਤੇ। ਔਰ ਕੋਈ ਕੰਟਰੋਵਰਸੀ ਵਾਲੀ ਗੱਲ ਕੋਈ ਨਹੀਂ ਹੈ। ਜਥੇਦਾਰ ਸਾਹਿਬ ਵੀ ਅਬਵ ਕੰਟਰੋਵਰਸੀ, ਉਹਨਾਂ ਦੇ ਕੰਟਰੋਵਰਸੀ ਦਾ ਮਤਲਬ ਹੀ ਕੋਈ ਨਹੀਂ ਹੈਗਾ। ਜੋ ਸ਼ਬਦ ਉਹ ਕਹਿੰਦੇ ਨੇ ਉਹ ਸਿਰ ਤੇ ਮੱਥੇ ਨੇ ਅਸੈਪਟਡ ਨੇ, ਵੀ ਰਿਸਪੈਕਟ ਦੇ ਕਾਲ ਤੱਕ। ਮਿਹਰਬਾਨੀ। ਐਕਚੁਅਲੀ ਜੇ ਕਿਸੇ ਨੂੰ ਵੀ ਕੋਈ ਮਾੜੀ ਮੋਟੀ ਵੀ ਗੱਲ ਚੁਭੀ ਹੋਏ ਤੇ ਉਹਦੇ ਲਈ ਮਾਫੀ। ਬਹੁਤ ਧੰਨਵਾਦ। ਧੰਨਵਾਦ ਜੀ।